हेलो स्टूडेंट्स, पिछले लैक्चर दे विच आपां वर्क इन प्रोग्रेस की कैलकुलेशन दा एवरेज कॉस्ट मैथड कीता सी। अज आपां ओहदे सैकेंड मैथड फीफो मैथड फर्स्ट इन फर्स्ट आउट मैथड है जिहड़ा ओह यूज़ करना है। ओनू फर्स्ट इन फर्स्ट आउट मैथड लगा के आपां वर्क इन प्रोग्रेस दी ते बाकी सारियां जिहड़े इक्विवेलेंट प्रोडक्शन इवैल्यूएशन ते सारी मतलब प्रोसैस अकाउंट वगैरह बनाना होगा। then फर्स्ट इन फर्स्ट आउट मैथड मतलब फर्स्ट इन फर्स्ट आउट ਇਹਦਾ मतलब ਇਹ ਹੈ कि ਜੋ ਤੁਹਾਡੇ ਕੋਲ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੁੰਦਾ ਪਿਛਲੇ ਪੀਰੀਅਡ ਦਾ, ਤਾਂ ਜਦੋਂ ਨਿਊ ਪੀਰੀਅਡ ਦੇ ਵਿੱਚ ਜਦੋਂ ਆਊਟਪੁੱਟ ਹੋਣੀ ਹੈ, ਪ੍ਰੋਡਕਸ਼ਨ ਹੋਣੀ ਹੈ, ਤਾਂ ਪਹਿਲਾਂ ਪੁਰਾਣੀਆਂ ਯੂਨਿਟਸ ਜਿਹੜੀਆਂ ਅੱਧੀਆਂ ਬਣਾਈਆਂ ਹੋਈਆਂ ਪਈਆਂ ਤੁਹਾਡੇ ਕੋਲ, ਪਹਿਲਾਂ ਉਹਨਾਂ ਨੂੰ ਫਿਨਿਸ਼ ਕੀਤਾ ਜਾਊਗਾ ਤੇ ਬਾਕੀ ਦੀ ਬਾਅਦ ਦੇ ਵਿੱਚ ਜਿਹੜਾ ਨਵਾਂ ਮਟੀਰੀਅਲ ਇੰਟਰੋਡਿਊਸ ਹੋ ਰਿਹਾ ਪ੍ਰੋਸੈਸ ਦੇ ਵਿੱਚ ਫਿਰ ਉਹਨੂੰ ਕੰਪਲੀਟ ਕੀਤਾ ਜਾਏਗਾ। ਤਾਂ ਜਿਵੇਂ ਸਪੋਜ਼ ਕਿਸੇ ਗਿਵਨ ਟਾਈਮ ਪੀਰੀਅਡ ਦੇ ਵਿੱਚ 10,000 ਯੂਨਿਟਸ ਜਿਹੜੀਆਂ ਉਹ ਆਊਟਪੁੱਟ ਹੁੰਦੀ ਹੈ, ਜੇ 2000 ਯੂਨਿਟਸ ਤੁਹਾਡੇ ਕੋਲ ਓਪਨਿੰਗ ਵਰਕ ਇਨ ਪ੍ਰੋਗਰੈਸ ਹੋਵੇ ਤਾਂ ਇਹਦਾ ਮਤਲਬ ਜੇ ਫੀਫੋ ਦਾ ਮਤਲਬ ਇਹ ਹੈ ਕਿ ਪਹਿਲਾਂ ਜਿਹੜੀਆਂ 2000 ਯੂਨਿਟ ਪੁਰਾਣੀਆਂ ਪਈਆਂ ਪਹਿਲਾਂ ਉਹ ਕੰਪਲੀਟ ਹੋਣਗੀਆਂ ਤੇ 8000 ਯੂਨਿਟ ਜਿਹੜੀਆਂ ਉਹ ਨਵੀਆਂ ਜਿਹੜੀਆਂ ਮਟੀਰੀਅਲ ਇੰਟਰੋਡਿਊਸ ਹੋਇਆ ਉਹਦੇ ਚੋਂ ਬਣਨਗੀਆਂ। ਤਾਂ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਪੁਰਾਣੇ ਤੁਹਾਡੇ ਕੋਲ ਓਪਨਿੰਗ ਵਰਕ ਇਨ ਪ੍ਰੋਗਰੈਸ ਪਿਆ ਉਹ ਜਿੰਨਾ ਕੰਪਲੀਟ ਸੀਗਾ ਉਸ ਤੋਂ ਬਾਕੀ ਦਾ ਇਸ ਟਾਈਮ ਪੀਰੀਅਡ ਦੇ ਵਿੱਚ ਕੰਪਲੀਟ ਹੋਊਗਾ। ਮਤਲਬ ਮੰਨ ਲਓ ਜੇ ਉਹਦੇ ਤੇ 80% ਲੇਬਰ ਪਹਿਲਾਂ ਲੱਗੀ ਹੋਈ ਹੈ ਜਾਂ 80% ਓਵਰਹੈਡ ਪਹਿਲਾਂ ਲੱਗੇ ਹੋਇਆ ਤੇ ਇਸ ਟਾਈਮ ਪੀਰੀਅਡ ਦੇ ਵਿੱਚ 20% ਜਿਹੜਾ ਉਹ ਕੰਪਲੀਟ ਹੋਏਗਾ। ਤਾਂ ਮਤਲਬ ਜਿਹੜਾ ਓਪਨਿੰਗ ਵਰਕ ਇਨ ਪ੍ਰੋਗਰੈਸ ਹੈ ਉਹਨੂੰ ਜਦੋਂ ਤੁਸੀਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਕਨਵਰਟ ਕਰਨਾ ਤਾਂ ਰਿਮੇਨਿੰਗ ਜਿਹੜਾ ਇਨਕੰਪਲੀਟ ਪੋਰਸ਼ਨ ਹੈ ਉਨੀ ਪਰਸੈਂਟੇਜ ਦੇ ਵਿੱਚ ਆਪਾਂ ਕਨਵਰਟ ਕਰਾਂਗੇ, ਨਾ ਕਿ ਜਿੰਨਾ ਹੋਇਆ ਉਹਨੇ ਦੇ ਵਿੱਚ। ਇਸ ਚੀਜ਼ ਨੂੰ ਆਪਾਂ ਇੱਕ ਇਲਸਟ੍ਰੇਸ਼ਨ ਦੇ ਨਾਲ ਕਰਾਂਗੇ। ਤਾਂ ਆਪਾਂ ਨੂੰ ਓਪਨਿੰਗ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਬਾਰੇ ਤੇ ਹੋਰ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਤੇ ਕਹਿੰਦੇ ਕਿ ਆਪਾਂ ਨੂੰ ਕੁਝ ਡਿਟੇਲਸ ਦਿੱਤੀਆਂ, ਇਹਨਾਂ ਨੂੰ ਡਿਟੇਲ ਨੂੰ ਯੂਜ਼ ਕਰਕੇ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ, ਸਟੇਟਮੈਂਟ ਆਫ ਕਾਸਟ, ਸਟੇਟਮੈਂਟ ਆਫ ਇਵੈਲੂਏਸ਼ਨ ਤੇ ਪ੍ਰੋਸੈਸ ਅਕਾਊਂਟ ਹੈ ਜਿਹੜਾ ਉਹ ਬਣਾਉਣਾ ਹੈ ਬਾਈ ਯੂਜ਼ਿੰਗ ਫੀਫੋ ਮੈਥਡ। ਤਾਂ ਦੇਖੋ ਕਿ ਇਨਫੋਰਮੇਸ਼ਨ ਆਪਣੇ ਕੋਲ ਹੈ। ਓਪਨਿੰਗ ਵਰਕ ਇਨ ਪ੍ਰੋਗਰੈਸ ਦਿੱਤਾ 2000 ਯੂਨਿਟਸ। ਇਹ ਜਿਹੜਾ ਓਪਨਿੰਗ ਵਰਕ ਇਨ ਪ੍ਰੋਗਰੈਸ 2000 ਯੂਨਿਟਸ ਹੈ ਉਹਦੇ ਤੇ ਕਿੰਨੀ ਕਾਸਟ ਕਿਵੇਂ ਲੱਗੀ ਉਹ ਦੱਸੀ ਹੋਈ ਹੈ ਕਿ ਮਟੀਰੀਅਲ 100% ਕੰਪਲੀਟ ਮਟੀਰੀਅਲ ਉਹਦੇ ਤੇ 5000 ਲੱਗਿਆ ਹੈ, 5000 ਰੁਪਏ ਦਾ। ਲੇਬਰ 60% ਕੰਪਲੀਟ, ਉਹਦੇ ਤੇ ਲੇਬਰ 3000 ਰੁਪਏ ਦੀ ਲੱਗੀ ਹੋਈ ਹੈ। ਓਵਰਹੈਡ ਲਈ ਉਹ 60% ਕੰਪਲੀਟ ਹੈ, 1500 ਦਾ ਓਵਰਹੈਡ ਦੇ ਖਰਚੇ ਲੱਗੇ। ਟੋਟਲ 9500 ਓਪਨਿੰਗ ਵਰਕ ਇਨ ਪ੍ਰੋਗਰੈਸ ਦੀ ਕਾਸਟ ਹੈ 2000 ਯੂਨਿਟਸ ਦੀ। ਯੂਨਿਟਸ ਇੰਟਰੋਡਿਊਸਡ ਇਨਟੂ ਪ੍ਰੋਸੈਸ ਡਿਊਰਿੰਗ ਦ ਟਾਈਮ ਪੀਰੀਅਡ 8000 ਯੂਨਿਟਸ ਜਿਹੜੀਆਂ ਹੋਰ ਇੰਟਰੋਡਿਊਸ ਹੋਈਆਂ। ਇਸ ਤੋਂ ਇਲਾਵਾ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦਿੱਤਾ ਹੋਇਆ 2000 ਯੂਨਿਟਸ, ਉਹਦੀ ਸਟੇਜ ਆਫ ਕੰਪਲੀਸ਼ਨ ਦੱਸੀ ਹੈ। ਮਟੀਰੀਅਲ 100%, ਲੇਬਰ 50%, ਓਵਰਹੈਡ 50%। ਹੁਣ ਜਿੰਨੀ ਆਊਟਪੁੱਟ ਹੋਈ ਉਹਦੇ ਚੋਂ ਕਹਿੰਦੇ ਕਿ 8000 ਯੂਨਿਟਸ ਜਿਹੜੀਆਂ ਉਹ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਹੋਈਆਂ। ਮਤਲਬ ਉਹ 8000 ਯੂਨਿਟਸ ਜਿਹੜੀਆਂ ਪੂਰੀ ਤਰ੍ਹਾਂ ਤਿਆਰ ਹੋਈਆਂ ਡਿਊਰਿੰਗ ਦਾ ਗਿਵਨ ਟਾਈਮ ਪੀਰੀਅਡ। ਤੇ ਹੁਣ ਜੇ 8000 ਯੂਨਿਟਸ ਟ੍ਰਾਂਸਫਰ ਹੋਈਆਂ ਤਾਂ ਫੀਫੋ ਮੈਥਡ ਦੇ ਅਕੋਰਡਿੰਗ ਕੀ ਹੈ ਕਿ ਜਿਹੜੀਆਂ 2000 ਪੁਰਾਣੀਆਂ ਸੀਗੀਆਂ ਇਨ ਪ੍ਰੋਸੈਸ ਪਹਿਲਾਂ ਉਹ ਕੰਪਲੀਟ ਹੋਣਗੀਆਂ ਤੇ 6000 ਜਿਹੜੀਆਂ ਉਹ ਫਰੈਸ਼ ਬਣਨਗੀਆਂ ਇਸ ਟਾਈਮ ਪੀਰੀਅਡ ਦੇ ਵਿੱਚ। ਇਸ ਤੋਂ ਇਲਾਵਾ ਟੋਟਲ ਜਿਹੜੀਆਂ ਕਾਸਟ ਹੈ ਇਸ ਟਾਈਮ ਪੀਰੀਅਡ ਦੇ ਵਿੱਚ ਲੱਗੀਆਂ ਮਟੀਰੀਅਲ ਦੀ 96,000, ਲੇਬਰ 54,600 ਤੇ ਓਵਰਹੈਡ 31,200। ਹੁਣ ਆਪਾਂ ਪਹਿਲਾਂ ਇਕੁਇਵਲੈਂਟ ਪ੍ਰੋਡਕਸ਼ਨ ਦੀ ਜਿਹੜੀ ਸਟੇਟਮੈਂਟ ਬਣਾਉਣੀ ਹੈ ਤਾਂ ਹੁਣ ਦੇਖੋ 2000 ਯੂਨਿਟਸ ਓਪਨਿੰਗ ਵਰਕ ਇਨ ਪ੍ਰੋਗਰੈਸ ਦੇ ਬਣਨੇ ਆ ਇਸ ਟਾਈਮ ਪੀਰੀਅਡ ਦੇ ਵਿੱਚ। ਹੁਣ ਉਹਦੇ ਤੇ ਉਹ ਮਟੀਰੀਅਲ ਲਈ 100% ਪਹਿਲਾਂ ਹੀ ਕੰਪਲੀਟ ਸੀ। ਇਟ ਮੀਨਸ ਉਹਦੇ ਤੇ ਇਸ ਪ੍ਰੋਸੈਸ ਦੇ ਵਿੱਚ ਮਟੀਰੀਅਲ ਕੋਈ ਵੀ ਨਹੀਂ ਲੱਗੇਗਾ। ਲੇਬਰ ਤੇ ਓਵਰਹੈਡ ਪਹਿਲਾਂ 60% ਕੰਪਲੀਟ ਹੋਏ ਸੀ, 40% ਹੋਰ ਲੱਗ ਜਾਣਗੇ। ਤਾਂ ਮਤਲਬ ਇਹਨੂੰ ਜਦੋਂ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਕਨਵਰਟ ਕਰਾਂਗੇ ਤਾਂ 2000 ਯੂਨਿਟਸ ਦੀ ਇਕੁਇਵਲੈਂਟ ਪ੍ਰੋਡਕਸ਼ਨ ਜਾਂ ਇਕੁਇਵਲੈਂਟ ਯੂਨਿਟਸ ਕਿੰਨੇ ਹੋਣਗੇ? 40% ਆਫ 2000 ਮਤਲਬ 800 ਯੂਨਿਟਸ। ਉਸ ਤੋਂ ਬਾਅਦ ਐਵੇਂ ਆਪਾਂ ਹੁਣ ਜਿਹੜੇ 6000 ਯੂਨਿਟਸ ਇਸ ਟਾਈਮ ਪੀਰੀਅਡ ਦੇ ਵਿੱਚ ਪੂਰੇ ਕੰਪਲੀਟ ਕਰਨੇ ਹੈ ਜਾਂ ਕੀਤੇ ਹੈ, ਉਹਦੇ ਲਈ ਇਹ ਕਿ ਉਹਦੇ ਤੇ ਸਾਰੀ ਮਟੀਰੀਅਲ, ਲੇਬਰ, ਓਵਰਹੈਡ ਸਾਰਾ 100% ਇਸੇ ਗਿਵਨ ਟਾਈਮ ਪੀਰੀਅਡ ਦੇ ਵਿੱਚ ਲੱਗੂਗਾ। ਤਾਂ ਮਤਲਬ 6000 ਯੂਨਿਟ ਤੇ 100% ਮਟੀਰੀਅਲ ਲੱਗਿਆ, 6000 ਉਹਨਾਂ ਦੇ ਇਕੁਇਵਲੈਂਟ ਯੂਨਿਟਸ ਬਣ ਗਏ, 100% ਹੀ ਲੇਬਰ ਤੇ ਓਵਰਹੈਡ ਲੱਗਿਆ, ਮਤਲਬ 6000 ਯੂਨਿਟ ਲੇਬਰ ਲਈ ਵੀ ਇਕੁਇਵਲੈਂਟ ਯੂਨਿਟਸ ਬਣ ਗਏ। ਹੁਣ ਬਾਕੀ ਬਚਿਆ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ। ਉਹਦੇ ਬਾਰੇ ਜੋ ਐਕਚੁਅਲ ਉਹਨਾਂ ਦੀ
ਕੰਪਲੀਸ਼ਨ ਸਟੇਜ ਦੀ ਜੋ ਪਰਸੈਂਟੇਜ ਹੈ ਉਹਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਕਨਵਰਟ ਕਰ ਲਾਂਗੇ। ਤਾਂ 2000 ਯੂਨਿਟਸ ਵਰਕ ਇਨ ਪ੍ਰੋਗਰੈਸ ਦੇ ਨੇ ਕਲੋਜ਼ਿੰਗ, ਉਹ 100% ਮਟੀਰੀਅਲ ਲਈ ਕੰਪਲੀਟ ਹੈ, ਮਤਲਬ ਇਕੁਅਲੈਂਟ ਯੂਨਿਟਸ ਕਿੰਨੇ ਹੋ ਗਏ 2000। 50% ਉਹ ਲੇਬਰ ਤੇ ਓਵਰਹੈਡ ਲਈ ਕੰਪਲੀਟ ਹੈ, ਮਤਲਬ ਇਕੁਅਲੈਂਟ ਯੂਨਿਟਸ ਕਿੰਨੇ ਹੋ ਗਏ 2000 ਦਾ 50% 1000। ਤਾਂ ਹੁਣ ਆਪਾਂ ਇਹਨਾਂ ਤਿੰਨਾਂ ਦਾ ਟੋਟਲ ਕਰਕੇ ਇਕੁਅਲੈਂਟ ਯੂਨਿਟਸ ਕੱਢ ਲਾਂਗੇ, ਮਟੀਰੀਅਲ ਦੇ, ਲੇਬਰ ਦੇ ਤੇ ਓਵਰਹੈਡ ਦੇ, ਜੋ ਕਿ ਆਉਂਦੇ ਆ ਮਟੀਰੀਅਲ ਦੇ 8000, ਲੇਬਰ ਤੇ ਓਵਰਹੈਡ ਦੇ 7800। ਹੁਣ ਇਸ ਤੋਂ ਬਾਅਦ ਜਦੋਂ ਆਪਾਂ ਪਰ ਯੂਨਿਟ ਕਾਸਟ ਕੱਢਣੀ ਹੈ ਤਾਂ ਟੋਟਲ ਇਸ ਟਾਈਮ ਪੀਰੀਅਡ ਦੀ ਕਾਸਟ ਲੈ ਲਾਂਗੇ। ਤਾਂ ਜਦੋਂ ਆਪਾਂ ਪਰ ਯੂਨਿਟ ਕਾਸਟ ਕੈਲਕੂਲੇਟ ਕਰਨੀ ਹੈ ਤਾਂ ਮਟੀਰੀਅਲ, ਲੇਬਰ ਤੇ ਓਵਰਹੈਡ ਦੀ ਆਪਾਂ ਨੂੰ ਇਸ ਟਾਈਮ ਪੀਰੀਅਡ ਦੀ ਕਾਸਟ ਦਿੱਤੀ ਰੱਖੀ ਹੈ 96,000, 54,600, 31,200। ਇਹਨਾਂ ਨੂੰ ਆਪਾਂ ਜਸਟ ਇਕੁਅਲੈਂਟ ਯੂਨਿਟਸ ਦੇ ਨਾਲ ਡਿਵਾਈਡ ਕਰਕੇ ਪਰ ਯੂਨਿਟ ਕਾਸਟ ਕੱਢ ਲਾਂਗੇ, ਜੋ ਆਪਣੇ ਕੋਲ ਆ ਜਾਂਦੀ ਹੈ 12, 7 ਤੇ 4, ਟੋਟਲ ਕਾਸਟ ਆ ਜਾਂਦੀ ਹੈ 23। ਇਸ ਤੋਂ ਬਾਅਦ ਹੁਣ ਆਪਾਂ ਉਹਨਾਂ ਦੀ ਟੋਟਲ ਕਾਸਟ ਫਾਈਂਡ ਆਊਟ ਕਰ ਲਾਂਗੇ। ਪਰ ਯੂਨਿਟ ਕਾਸਟ ਆਪਣੇ ਕੋਲ ਆ ਗਈ। ਹੁਣ ਜਦੋਂ ਵਰਕ ਇਨ ਪ੍ਰੋਗਰੈਸ ਦਾ ਇਸ ਟਾਈਮ ਪੀਰੀਅਡ ਦਾ ਕਿੰਨਾ ਖਰਚਾ, ਮਤਲਬ ਜਦੋਂ ਵਰਕ ਇਨ ਪ੍ਰੋਗਰੈਸ ਦੇ ਉੱਪਰ ਇਸ ਟਾਈਮ ਪੀਰੀਅਡ ਤੇ ਕਿੰਨੀ ਕਾਸਟ ਲੱਗੀ, ਮਟੀਰੀਅਲ ਦਾ ਕੋਈ ਖਰਚਾ ਨਹੀਂ ਲੱਗਿਆ। ਲੇਬਰ ਤੇ ਓਵਰਹੈਡ ਦੀ ਆਪਣੇ ਕੋਲ ਪਰ ਯੂਨਿਟ ਕਾਸਟ 7 ਤੇ 4 ਦਿੱਤੀ ਹੋਈ ਹੈ। 800 ਯੂਨਿਟਸ ਇਕੁਅਲੈਂਟ ਯੂਨਿਟਸ ਸੀਗੀਆਂ ਲੇਬਰ ਤੇ ਓਵਰਹੈਡ ਦੀਆਂ, ਤਾਂ ਮਲਟੀਪਲਾਈ ਕਰਕੇ ਆਪਣੇ ਕੋਲ ਓਪਨਿੰਗ ਵਰਕ ਇਨ ਪ੍ਰੋਗਰੈਸ ਦੇ ਉੱਪਰ ਜੋ ਇਸ ਟਾਈਮ ਪੀਰੀਅਡ ਤੇ ਕਾਸਟ ਲੱਗੀ ਹੈ ਉਹ ਨਿਕਲ ਆਏਗੀ 8800। ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀਆਂ ਆਪਣੇ ਕੋਲ ਇਕੁਅਲੈਂਟ ਯੂਨਿਟਸ ਹੈਗੀਆਂ 2000, 1000, 1000, ਤੇ ਇਹਨੂੰ ਆਪਾਂ ਪਰ ਯੂਨਿਟ ਨਾਲ ਮਲਟੀਪਲਾਈ ਕਰਕੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ 35,000। ਜਿੰਨੇ ਯੂਨਿਟਸ ਇਸ ਟਾਈਮ ਪੀਰੀਅਡ ਦੇ ਵਿੱਚ ਕੰਪਲੀਟ ਹੋਏ ਆ ਉਹਨਾਂ ਦੀ ਕਾਸਟ ਕੱਢਣ ਲਈ 6000 ਯੂਨਿਟਸ ਸੀਗੇ, ਪਰ ਯੂਨਿਟ ਕਾਸਟ 23 ਹੈ, ਮਲਟੀਪਲਾਈ ਕਰਕੇ 1,38,000 ਇਹਦੀ ਆ ਗਈ। ਹੁਣ ਇਹ ਫਿਗਰਸ ਆਪਾਂ ਵਰਕਿੰਗ ਪ੍ਰੋਸੈਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾਂਗੇ। ਤਾਂ ਪ੍ਰੋਸੈਸ ਅਕਾਊਂਟ ਦੀ ਡੈਬਿਟ ਸਾਈਡ ਤੇ ਓਪਨਿੰਗ ਵਰਕ ਇਨ ਪ੍ਰੋਗਰੈਸ ਦੀ ਜੋ ਵੈਲਿਊ ਦਿੱਤੀ ਹੋਈ ਹੈ ਆਪਣੇ ਕੋਲ 2000 ਯੂਨਿਟਸ 9500, ਮਟੀਰੀਅਲ ਇਸ ਟਾਈਮ ਇੰਟਰੋਡਿਊਸ ਕੀਤਾ 8000, 96,000 ਦਾ 8000 ਯੂਨਿਟਸ, ਲੇਬਰ ਦੇ ਰੱਖਿਆ, ਓਵਰਹੈਡ ਦੇ ਰੱਖਿਆ। ਕ੍ਰੈਡਿਟ ਸਾਈਡ ਤੇ ਹੁਣ ਦੇਖੋ ਫਿਨਿਸ਼ਡ ਸਟਾਕ ਜਿਹੜਾ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਹੋਣਾ ਹੈ ਉਹ ਕਿਹੜਾ ਹੈ, ਉਹ 6000 ਜਿਹੜੇ ਇਸ ਟਾਈਮ ਪੀਰੀਅਡ ਦੇ ਵਿੱਚ ਕੰਪਲੀਟ ਹੋਏ ਹੈ ਤੇ 2000 ਉਹ ਜਿਹੜੇ ਪੁਰਾਣੇ ਇਨ ਪ੍ਰੋਸੈਸ ਸੀਗੇ ਪਿਛਲੇ ਓਪਨਿੰਗ ਵਾਲੇ। ਤਾਂ ਜਿਹੜੇ ਇਸ ਟਾਈਮ ਕੰਪਲੀਟ ਹੋਏ ਆ 1,38,000, ਜਿਹੜੇ ਪਿਛਲੇ ਸੀਗੇ 2000 ਯੂਨਿਟਸ ਉਹ ਹੁਣ ਇਸ ਟਾਈਮ ਪੀਰੀਅਡ ਤੇ ਜਿੰਨੀ ਉਹਨਾਂ ਤੇ ਕਾਸਟ ਪਈ ਹੈ ਉਹ 8800 ਹੈ, ਪਲੱਸ ਉਹਦੇ ਤੇ ਪੁਰਾਣੀ ਵੀ 9500 ਕਾਸਟ ਲੱਗੀ ਹੋਈ ਹੈ। ਤਾਂ ਤਿੰਨਾਂ ਦਾ ਟੋਟਲ ਤੁਹਾਡੇ ਕੋਲ ਉਹ ਵੈਲਿਊ ਆ ਜਾਏਗੀ, ਉਹ 8000 ਯੂਨਿਟਸ ਦੀ ਵੈਲਿਊ ਆ ਜਾਏਗੀ ਜੋ ਆਪਾਂ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਕਰਨੀ ਹੈ, ਤੇ ਇਹ ਬੰਦੀ ਹੈ 1,56,300। ਨਾਲ ਹੀ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਕਿੰਨਾ ਹੈ 2000 ਯੂਨਿਟਸ ਤੇ ਉਹਦੀ ਵੈਲਿਊ ਹੈ 35,000। ਤਾਂ ਦੋਨੋਂ ਸਾਈਡਾਂ ਦਾ ਟੋਟਲ ਕਰਕੇ ਤੁਹਾਡੇ ਕੋਲ ਪ੍ਰੋਸੈਸ ਅਕਾਊਂਟ ਬਣ ਜੂਗਾ। ਤਾਂ ਫੀਫੋ ਮੈਥਡ ਤੋਂ ਬਾਅਦ ਜਿਹੜਾ ਨੈਕਸਟ ਮੈਥਡ ਹੈ ਉਹ ਲੀਫੋ ਮੈਥਡ, ਲਾਸਟ ਇਨ ਫਸਟ ਆਊਟ। ਤਾਂ ਫੀਫੋ ਲੀਫੋ ਦਾ ਆਪੋਜ਼ਿਟ ਹੈ। ਇਹਦੇ ਵਿੱਚ ਕੀ ਹੈ ਕਿ ਜਿਹੜੇ ਨਵਾਂ ਤੁਸੀਂ ਮਟੀਰੀਅਲ ਇੰਟਰੋਡਿਊਸ ਕਰ ਰਹੇ ਹੋ ਪ੍ਰੋਸੈਸ ਨੂੰ ਉਹੀ ਕੰਪਲੀਟ ਹੋਊਗਾ ਤੇ ਐਂਡ ਤੇ ਤੁਹਾਡੇ ਕੋਲ ਬਚੂਗਾ ਕਿਹੜਾ, ਪੁਰਾਣੇ ਵਾਲਾ ਸਟਾਕ ਦੇ ਵਿੱਚ ਫਿਰ ਰਹਿ ਜਾਏਗਾ। ਤਾਂ ਕੁਝ ਇਨਫੋਰਮੇਸ਼ਨ ਦਿੱਤੀ ਹੋਈ ਹੈ ਆਪਾਂ ਨੂੰ, ਇਲਸਟ੍ਰੇਸ਼ਨ ਦੇ ਨਾਲ ਕਰਾਂਗੇ ਇਹਨੂੰ। ਕਹਿੰਦੇ ਕਿ ਫਰੋਮ ਦ ਫਾਲੋਇੰਗ ਇਨਫੋਰਮੇਸ਼ਨ ਰਿਲੇਟਿੰਗ ਟੂ ਦ ਮੰਥ ਆਫ ਜਨਵਰੀ 2015 calculate equivalent production units and value of finished production and work in progress using LIFO method। LIFO method ਲਗਾ ਕੇ ਆਪਾਂ equivalent production ਤੇ finished production ਦੀ value ਤੇ work in progress ਦੀ value find out ਕਰਨੀ ਹੈ। ਤਾਂ ਹੁਣ ਦੇਖੋ ਕੀ ਕਹਿੰਦੇ ਆ, ਕਹਿੰਦੇ opening work in progress on 1st January, ਜਿਹੜਾ ਓਪਨਿੰਗ ਵਰਕ ਇਨ ਪ੍ਰੋਗਰੈਸ ਹੈ ਉਹ 15,000 ਯੂਨਿਟਸ ਹੈ ਤੇ ਜੋ ਕਿ 50% ਕੰਪਲੀਟ ਹੈ, ਮਤਲਬ 50% ਪਹਿਲਾਂ ਕੰਪਲੀਟ ਹੋਏ ਹੈ ਤੇ 50% ਇਸ ਵਾਰ ਕਰਾਂਗੇ ਆਪਾਂ ਇਸ ਟਾਈਮ ਪੀਰੀਅਡ ਦੇ ਵਿੱਚ। ਯੂਨਿਟਸ ਇੰਟਰੋਡਿਊਸਡ ਕਿੰਨੀ ਹੈ 30,000 ਯੂਨਿਟਸ ਦਾ ਨਵਾਂ ਮਟੀਰੀਅਲ ਇੰਟਰੋਡਿਊਸ ਹੁੰਦਾ ਹੈ। ਇਹਨਾਂ ਦੀ ਕਾਸਟ ਦੇ ਰੱਖੀ ਹੈ ਆਪਾਂ ਨੂੰ। ਆ ਜਿਹੜਾ ਓਪਨਿੰਗ ਵਰਕ ਇਨ ਪ੍ਰੋਗਰੈਸ ਹੈ ਉਹਦੀ ਕਾਸਟ ਦਿੱਤੀ ਹੋਈ ਹੈ ਮਟੀਰੀਅਲ, ਲੇਬਰ ਤੇ ਓਵਰਹੈਡ 66,000 ਤੇ ਜਿਹੜੇ ਇਸ ਵਾਰ ਤੁਸੀਂ ਇੰਟਰੋਡਿਊਸ ਕੀਤੇ ਯੂਨਿਟਸ ਉਹਨਾਂ ਦੀ ਮਟੀਰੀਅਲ ਦੀ ਕਾਸਟ 90,000, ਇਸ ਮੰਥ ਦੇ ਵਿੱਚ ਲੇਬਰ ਲੱਗੀ ਹੈ 1,57,500 ਤੇ ਓਵਰਹੈਡ ਲੱਗੇ 2,10,000। ਟੋਟਲ ਇਸ ਮੰਥ ਦੀ ਕਾਸਟ ਹੈ 4,57,500। ਹੁਣ ਦੇਖੋ ਤੁਹਾਡੇ ਕੋਲ 15,000 ਯੂਨਿਟਸ ਸ਼ੁਰੂ ਚ ਪਏ ਸੀਗੇ ਜਿਹੜੇ ਕਿ ਅੱਧੇ ਬਣੇ ਹੋਏ ਆ, 50% ਕੰਪਲੀਟ ਹੈ। 30,000 ਯੂਨਿਟ ਮਟੀਰੀਅਲ ਦੇ ਹੋਰ ਲਗਾਏ, ਟੋਟਲ ਮਤਲਬ 45,000 ਕਹਿ ਸਕਦੇ ਹਾਂ ਆਪਾਂ, ਜੋ ਆਪਾਂ ਉਹਨਾਂ ਨੂੰ 15,000 ਵਾਲੇ ਨੂੰ ਵੀ ਨਾਲ ਲਈਏ। During the period 22,500 units were completed। ਹੁਣ ਕੰਪਲੀਟ ਕਿੰਨੇ ਕੀਤੇ? ਸਿਰਫ 22,500।
ਤਾਂ ਜੇ ਤਾਂ ਫੀਫੋ ਹੋਵੇ ਤਾਂ ਪੁਰਾਣੇ ਪਹਿਲਾਂ 15,000 ਵਾਲੇ ਬਣਾਵਾਂਗੇ ਤੇ ਬਾਅਦ ਦੇ ਵਿੱਚ ਨਵਿਆਂ ਦੇ ਵਿੱਚੋਂ ਬਣਾਵਾਂਗੇ। ਹੁਣ ਲੀਫੋ ਮੈਥਡ ਲਗਾਉਣਾ ਤਾਂ 22,500 ਯੂਨਿਟ ਜਿਹੜੇ ਉਹ ਕਿਹਦੇ ਚੋਂ ਲੱਗਣਗੇ, ਨਵੇਂ ਵਾਲੇ ਮਟੀਰੀਅਲ ਚੋਂ, 30,000 ਵਾਲੇ ਚੋਂ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਜਿਹੜੇ 22,500 ਕੰਪਲੀਟ ਕਰਕੇ ਨੈਕਸਟ ਪ੍ਰੋਸੈਸ ਨੂੰ ਟ੍ਰਾਂਸਫਰ ਕਰਨੇ। ਤੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਆਪਾਂ ਨੂੰ ਫਿਰ ਦੇ ਰੱਖਿਆ 22,500 ਯੂਨਿਟਸ, ਜੋ ਕਿ 50% ਕੰਪਲੀਟ ਹੈ। ਤਾਂ ਦੇਖੋ ਹੁਣ ਇਸ ਇਨਫੋਰਮੇਸ਼ਨ ਦੇ ਬੇਸਿਸ ਤੇ ਆਪਾਂ ਪਹਿਲਾਂ ਇਕੁਇਵਲੈਂਟ ਯੂਨਿਟਸ ਜਿਹੜੇ ਉਹ ਕੈਲਕੂਲੇਟ ਕਰਾਂਗੇ। ਤਾਂ ਦੇਖੋ ਇਨਪੁਟ ਕੀ ਹੈ ਤੁਹਾਡੇ ਕੋਲ, 15,000 ਯੂਨਿਟ ਓਪਨਿੰਗ ਵਰਕ ਇਨ ਪ੍ਰੋਗਰੈਸ, 30,000 ਹੋਰ ਲਗਾਏ। ਹੁਣ ਲੀਫੋ ਹੈ ਤਾਂ ਆਪਾਂ ਪਹਿਲਾਂ ਪੁਰਾਣਿਆਂ ਨੂੰ ਨਹੀਂ ਛੇੜਨਾ, ਓਪਨਿੰਗ ਵਰਕ ਇਨ ਪ੍ਰੋਗਰੈਸ ਉਵੇਂ ਪਿਆ ਰਹੂਗਾ। ਜਿਹੜੇ ਨਵੇਂ ਇੰਟਰੋਡਿਊਸ ਕੀਤੇ ਆ 22,500 ਉਹਦੇ ਚੋਂ ਕੰਪਲੀਟ ਹੋਣਗੇ 100%। ਇਹ 100% ਕੰਪਲੀਟ ਹੋ ਕੇ ਇਹਨਾਂ ਦੀ ਇਕੁਇਵਲੈਂਟ ਯੂਨਿਟ ਜਿਹੜੇ ਉਹ 22,500 ਆ ਜਾਣਗੇ। ਹੁਣ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਜਿਹੜਾ ਹੈ ਉਹ ਪਹਿਲਾਂ ਜਿਹੜਾ ਤੁਹਾਡੇ ਕੋਲ ਨਵੇਂ ਵਾਲਾ ਉਹਦੇ ਚੋਂ ਦੇਖਾਂਗੇ। 30,000 ਯੂਨਿਟ ਦੇ ਵਿੱਚੋਂ 22,500 ਕੰਪਲੀਟ ਹੋ ਗਏ ਤਾਂ ਮਤਲਬ 7,500 ਯੂਨਿਟ ਨਵੇਂ ਵਾਲਿਆਂ ਦੇ ਵਿੱਚੋਂ ਤੁਸੀਂ ਅੱਧੇ ਤਿਆਰ ਕੀਤੇ ਆ, ਮਤਲਬ 50% ਤਿਆਰ ਕੀਤੇ ਆ। ਤਾਂ 7,500 ਦਾ 50%, 3,750। ਤੇ ਜਿਹੜੇ ਪੁਰਾਣੇ ਪਏ ਸੀ 15,000 ਉਵੇਂ ਦੇ ਉਵੇਂ ਪਏ ਰਹਿਣਗੇ, ਇਹਦੇ ਤੇ ਆਪਾਂ ਇਸ ਵਾਰ ਕੋਈ ਕੰਮ ਨਹੀਂ ਕੀਤਾ। ਤਾਂ ਇਹਨਾਂ ਦਾ ਕੋਈ ਇਕੁਇਵਲੈਂਟ ਯੂਨਿਟਸ ਨਹੀਂ ਆਉਣਗੇ। ਤਾਂ ਹੁਣ ਦੇਖੋ ਜਦੋਂ ਆਪਾਂ ਇਕੁਇਵਲੈਂਟ ਯੂਨਿਟਸ ਕੈਲਕੂਲੇਟ ਕਰਦੇ ਆ ਤਾਂ 22,500 ਪੂਰੇ ਤਿਆਰ, 3,750 ਅੱਧੇ ਤਿਆਰ, ਤਾਂ ਟੋਟਲ 26,250 ਇਕੁਇਵਲੈਂਟ ਯੂਨਿਟਸ ਹੈ। ਤਾਂ ਜੇ ਇਥੋਂ ਆਪਾਂ ਪਰ ਯੂਨਿਟ ਕਾਸਟ ਕੈਲਕੂਲੇਟ ਕਰਨੀ ਹੋਵੇ ਤਾਂ ਟੋਟਲ ਕਾਸਟ 4,57,500 ਹੈ। ਉਹਨੂੰ ਇਕੁਇਵਲੈਂਟ ਯੂਨਿਟਸ 26,250 ਨਾਲ ਡਿਵਾਈਡ ਕਰ ਦਾਂਗੇ, 17.43 ਪਰ ਯੂਨਿਟ ਕਾਸਟ ਆ ਜਾਏਗੀ ਆਪਣੇ ਕੋਲ। ਇਸ ਤੋਂ ਬਾਅਦ ਹੁਣ ਆਪਾਂ ਜੇ ਫਿਨਿਸ਼ਡ ਗੁੱਡਸ ਦੀ ਤੇ ਵਰਕ ਇਨ ਪ੍ਰੋਗਰੈਸ ਦੀ ਵੈਲਿਊ ਕੈਲਕੂਲੇਟ ਕਰਨੀ ਹੋਵੇ ਤਾਂ ਫਿਨਿਸ਼ਡ ਗੁੱਡਸ ਤੁਹਾਡੇ ਕੋਲ 22,500 ਸੀਗੇ ਜਿਹੜੇ ਆਪਾਂ ਤਿਆਰ ਕੀਤੇ ਆ 17.43 ਦੇ ਹਿਸਾਬ ਨਾਲ, 3,92,175। ਤੇ ਜਿਹੜਾ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੈ, ਹੁਣ ਜਿਹੜਾ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਵਿੱਚ 15,000 ਤਾਂ ਉਹੀ ਹੈ ਜਿਹੜੇ ਪੁਰਾਣੇ ਪਏ, ਉਹਨਾਂ ਦੀ ਵੈਲਿਊ ਐਜ਼ ਇਟ ਇਜ਼ 66,000 ਲੈ ਲੈਣੀ ਹੈ, ਪਲੱਸ ਜਿਹੜੇ 3,750 ਤੁਸੀਂ ਇਸ ਵਾਰ ਅੱਧੇ ਬਣਾਏ ਹੈ ਇਨਟੂ 17.43 ਪਰ ਯੂਨਿਟ ਉਹਨਾਂ ਦੀ ਕਾਸਟ ਹੈ। ਇਹਨੂੰ ਸੋਲਵ ਕਰਕੇ 1,31,362 ਰੁਪਏ 50 ਪੈਸੇ ਆ ਜਾਏਗੀ ਤੁਹਾਡੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀ ਵੈਲਿਊ ਅਕੋਰਡਿੰਗ ਟੂ ਲੀਫੋ ਮੈਥਡ। ਤਾਂ ਇਹ ਸੀਗਾ ਲੀਫੋ ਮੈਥਡ। ਹੁਣ ਇੱਕ ਆਪਣਾ ਹੋਰ ਮੈਥਡ ਹੈ ਪ੍ਰੋਸੈਸ ਦੇ ਵਿੱਚ ਵਰਕ ਇਨ ਪ੍ਰੋਗਰੈਸ ਦੀ ਕੈਲਕੂਲੇਸ਼ਨ ਕਰਨ ਲਈ, ਉਹ ਹੈ ਵੇਟਡ ਐਵਰੇਜ ਮੈਥਡ। ਤਾਂ ਹੁਣ ਕਈ ਵਾਰੀ ਇਦਾਂ ਹੁੰਦਾ ਹੈ ਕਿ ਇੱਕ ਪ੍ਰੋਸੈਸ ਦੇ ਵਿੱਚ, ਸਿਮਿਲਰ ਪ੍ਰੋਸੈਸ ਦੇ ਵਿੱਚ ਇੱਕ ਨਾਲੋਂ ਜ਼ਿਆਦਾ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਹੁੰਦੇ ਆ, ਤਾਂ ਉਹਨਾਂ ਸਾਰੇ ਪ੍ਰੋਡਕਟਸ ਦੀ ਕਾਸਟ ਸੇਮ ਨਹੀਂ ਹੋ ਸਕਦੀ। ਉਹਨਾਂ ਨੂੰ ਆਪਾਂ ਉਹਨਾਂ ਦੀ ਰਿਲੇਟਿਵ ਇੰਪੋਰਟੈਂਸ ਦੇ ਅਕੋਰਡਿੰਗ ਵੇਟਸ ਦੇ ਕੇ ਤੇ ਫਿਰ ਉੱਥੋਂ ਆਪਾਂ ਉਹਨਾਂ ਦੀ ਵੈਲਿਊਜ਼ ਜਿਹੜੀਆਂ ਉਹ ਕੈਲਕੂਲੇਟ ਕਰਦੇ ਹਾਂ। ਕਿਵੇਂ, ਇੱਕ ਇਲਸਟ੍ਰੇਸ਼ਨ ਨਾਲ ਕਰਾਂਗੇ। ਤਾਂ ਕਹਿੰਦੇ ਕਿ ਐਕਸ ਕੰਪਨੀ ਲਿਮਿਟਿਡ ਪ੍ਰੋਡਿਊਸਸ 3 ਟਾਈਪਸ ਆਫ ਪ੍ਰੋਡਕਟਸ A, B and C and keeps accounts for process 1, 2 and 3। ਤਿੰਨ ਪ੍ਰੋਡਕਟ ਬਣ ਰਹੇ ਆ, ਤਿੰਨ ਹੀ ਪ੍ਰੋਸੈਸਿਸ ਹੈ, ਪ੍ਰੋਸੈਸ 1, ਪ੍ਰੋਸੈਸ 2, ਪ੍ਰੋਸੈਸ 3। ਤਿੰਨ ਪ੍ਰੋਡਕਟ ਬਣਦੇ ਆ, ਤਿੰਨੋਂ ਪ੍ਰੋਸੈਸ ਦੇ ਵਿੱਚੋਂ ਹੋ ਕੇ ਜਾਂਦੇ ਆ। ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਦੀ ਕਹਿੰਦੇ ਫੋਲੋਇੰਗ ਸਟੇਟਮੈਂਟ ਸ਼ੋ ਦ ਰਿਲੇਟਿਵ ਇੰਪੋਰਟੈਂਸ ਆਫ ਈਚ ਟਾਈਪ ਆਫ ਪ੍ਰੋਡਕਟ ਇਨ ਈਚ ਪ੍ਰੋਸੈਸ। ਆ ਵੇਟ ਪੁਆਇੰਟਸ ਦੇ ਰੱਖੇ ਹੈ, ਹਰ ਪ੍ਰੋਸੈਸ ਦੇ ਵਿੱਚ ਹਰ ਪ੍ਰੋਡਕਟ ਨੂੰ ਕਿੰਨੀ ਕਿੰਨੀ ਵੇਟੇਜ ਦਿੱਤੀ ਹੈ, ਵੇਟ ਪੁਆਇੰਟਸ ਦਿੱਤੇ ਹੋਏ ਆਪਾਂ ਨੂੰ। ਇਸ ਤੋਂ ਇਲਾਵਾ ਨੀਚੇ ਕਾਸਟ ਦੇ ਰੱਖੀ ਹੈ, ਮਟੀਰੀਅਲ ਦੀ, ਲੇਬਰ ਦੀ, ਓਵਰਹੈਡ ਦੀ, ਤਿੰਨੋਂ ਪ੍ਰੋਸੈਸ ਦੀ ਅਲੱਗ-ਅਲੱਗ ਤੇ ਟੋਟਲ ਦੀ। ਹੁਣ ਡਿਊਰਿੰਗ ਦਾ ਈਅਰ ਕਿੰਨੀ ਪ੍ਰੋਡਕਸ਼ਨ ਹੋਈ ਹੈ ਉਹਦੇ ਬਾਰੇ ਆਪਾਂ ਨੂੰ ਦੱਸਿਆ ਹੋਇਆ ਹੈ ਕਿ ਪ੍ਰੋਡਕਟ A ਦੇ ਜਿਹੜਾ ਗਿਵਨ ਪੀਰੀਅਡ ਹੈ ਉਹਦੇ ਵਿੱਚ ਪ੍ਰੋਡਕਟ A ਦੇ 600 ਯੂਨਿਟਸ ਬਣੇ ਹੈ, B ਦੇ 300 ਯੂਨਿਟ ਤੇ C ਦੇ 900 ਯੂਨਿਟ। ਇਸ ਇਨਫੋਰਮੇਸ਼ਨ ਦੇ ਨਾਲ ਆਪਾਂ ਕਹਿੰਦੇ ਬਣਾਉਣਾ ਹੈ ਕਿ statement showing weighted average production for each process and compute the cost for each type of product। weighted average cost method ਲਗਾ ਕੇ ਆਪਾਂ ਹਰ ਪ੍ਰੋਡਕਟ ਦੀ ਕਾਸਟ ਫਾਈਂਡ ਆਊਟ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ weights ਦਿੱਤੇ ਹੋਏ ਆ ਹਰ ਪ੍ਰੋਸੈਸ ਦੇ ਵਿੱਚ, ਹਰ ਪ੍ਰੋਡਕਟ ਦੇ, ਉਹਨਾਂ ਦੀ ਪ੍ਰੋਡਕਸ਼ਨ ਵੀ ਦੇ ਰੱਖੀ ਹੈ 600, 300, 900। ਤਾਂ ਆਪਣੇ ਰਿਲੇਟਿਵ weights ਦੇ ਨਾਲ ਮਲਟੀਪਲਾਈ ਕਰਕੇ ਆਪਣੇ ਕੋਲ weighted ਪ੍ਰੋਡਕਸ਼ਨ ਆ ਜਾਊਗੀ, ਜਿਹੜੇ ਆਪਾਂ ਨੂੰ ਪੁਆਇੰਟਸ ਦਿੱਤੇ ਹੋਏ ਸੀਗੇ। ਜਿਵੇਂ ਆ ਦੇਖੋ ਉੱਪਰ ਦਿੱਤੇ ਹੋਏ ਆ 2, 4, 2, 4, 2, 1, 8, 3, 2। ਇਹਨਾਂ weights ਦੇ ਨਾਲ ਆਪਾਂ ਯੂਨਿਟਸ ਨੂੰ ਮਲਟੀਪਲਾਈ ਕਰ ਲਾਂਗੇ ਤਾਂ ਆਪਣੇ ਕੋਲ weighted ਪ੍ਰੋਡਕਸ਼ਨ ਆ ਜਾਊਗੀ। weighted ਪ੍ਰੋਡਕਸ਼ਨ ਤੋਂ ਬਾਅਦ ਟੋਟਲ ਜਿਹੜੀ ਪ੍ਰੋਡਕਸ਼ਨ ਹੈ ਉਹ ਆ ਜਾਏਗੀ ਟੋਟਲ ਕਰਕੇ। ਟੋਟਲ ਕਾਸਟ ਆਪਾਂ ਨੂੰ ਦੇ ਰੱਖੀ ਹੈ ਹਰ ਪ੍ਰੋਸੈਸ ਦੀ
ਤਾਂ ਜਦੋਂ ਆਪਾਂ ਹਰੇਕ ਪ੍ਰੋਸੈਸ ਦੀ ਟੋਟਲ ਕਾਸਟ ਨੂੰ ਵੇਟਡ ਪ੍ਰੋਡਕਸ਼ਨ ਦੇ ਨਾਲ ਡਿਵਾਈਡ ਕਰਾਂਗੇ ਤਾਂ ਪਰ ਯੂਨਿਟ ਕਾਸਟ ਆ ਜਾਏਗੀ ਆਪਣੇ ਕੋਲ। 19200 ਨੂੰ 9600 ਨਾਲ ਡਿਵਾਈਡ ਕੀਤਾ 2, 17100 ਨੂੰ 5700 ਨਾਲ ਡਿਵਾਈਡ ਕੀਤਾ 3, 13200 ਨੂੰ 3300 ਨਾਲ ਡਿਵਾਈਡ ਕੀਤਾ 4। ਇਹ ਆਪਣੇ ਕੋਲ ਆ ਗਈ ਪਰ ਯੂਨਿਟ ਕਾਸਟ। ਇਸ ਤੋਂ ਬਾਅਦ ਆਪਾਂ ਟੋਟਲ ਕਾਸਟ ਫਾਈਂਡ ਆਊਟ ਕਰ ਲਾਂਗੇ। ਤਾਂ ਟੋਟਲ ਕਾਸਟ ਫਾਈਂਡ ਕਰਨ ਲਈ ਆਪਣੇ ਕੋਲ ਦੇਖੋ ਕਾਸਟ ਪਰ ਯੂਨਿਟ ਹੈਗੀ ਹੈ 2, 3, 4। ਤਾਂ ਇਹਨਾਂ ਦੇ ਹੁਣ ਦੇਖੋ ਵੇਟਡ ਐਵਰੇਜ ਕਾਸਟ ਆਫ 1 ਯੂਨਿਟ ਆਪਾਂ ਨੂੰ ਦਿੱਤੀ ਹੈ, ਮਤਲਬ ਇਹਨਾਂ ਦੇ ਜਿਹੜੇ ਵੇਟਡ ਪੁਆਇੰਟ ਦਿੱਤੇ ਹੋਏ ਸੀਗੇ 2, 4, 2। ਤਾਂ ਇਹ ਪ੍ਰੋਡਕਟ ਦੇ ਜਿਹੜੇ ਯੂਨਿਟ ਕਾਸਟ ਕਿੰਨੀ ਆਏਗੀ ਮਲਟੀਪਲਾਈ ਕਰਕੇ ਪਰ ਯੂਨਿਟ ਕਾਸਟ ਨੂੰ ਉਹਨਾਂ ਦੇ ਵੇਟ ਪੁਆਇੰਟਸ ਦੇ ਨਾਲ ਮਲਟੀਪਲਾਈ ਕਰਾਂਗੇ। 2, 2, 4, 3, 4 12, 4, 2 8। ਐਵੇਂ ਆ ਜਿਹੜੇ ਇਹਨਾਂ ਦੇ ਵੇਟ ਪੁਆਇੰਟਸ ਹੈ 4, 2, 1 ਪਰ ਯੂਨਿਟ ਕਾਸਟ ਨਾਲ ਮਲਟੀਪਲਾਈ ਕਰ ਲਾਂਗੇ। 2 ਨੂੰ 4 ਨਾਲ ਮਲਟੀਪਲਾਈ ਕੀਤਾ 8, 3 ਨੂੰ 2 ਨਾਲ ਮਲਟੀਪਲਾਈ ਕੀਤਾ 6, 4 ਨੂੰ 1 ਨਾਲ ਮਲਟੀਪਲਾਈ ਕੀਤਾ 4। ਇਹ ਆ ਗਏ ਤੁਹਾਡੇ ਕੋਲ ਬੀ, ਜਿਹੜੇ ਬੀ ਪ੍ਰੋਡਕਟ ਆ ਉਹਦੇ ਵੇਟਡ ਐਵਰੇਜ ਕਾਸਟ। ਐਵੇਂ ਸੀ ਦੀ ਫਾਈਂਡ ਆਊਟ ਕਰ ਲਾਂਗੇ। ਆਪਾਂ ਨੂੰ ਇਹਨਾਂ ਦੇ ਪੁਆਇੰਟਸ ਦੇ ਰੱਖੇ ਤੇ ਪਰ ਯੂਨਿਟ ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲ ਵੇਟਡ ਐਵਰੇਜ ਕਾਸਟ ਆ ਜਾਏਗੀ। ਇਹਦਾ ਟੋਟਲ ਕਰ ਲਾਂਗੇ 24, 18 ਐਂਡ 33। ਪ੍ਰੋਡਕਸ਼ਨ ਆਪਾਂ ਨੂੰ ਦੇ ਰੱਖੀ ਹੈ ਯੂਨਿਟਸ 600, 300, 900। ਯੂਨਿਟਸ ਨੂੰ ਆਪਾਂ ਟੋਟਲ ਇਹਦੇ ਨਾਲ ਮਲਟੀਪਲਾਈ ਕਰ ਲਾਂਗੇ ਤਾਂ ਟੋਟਲ ਕਾਸਟ ਆ ਜਾਏਗੀ। 600 ਨੂੰ 24 ਨਾਲ ਮਲਟੀਪਲਾਈ, 300 ਨੂੰ 18 ਨਾਲ ਮਲਟੀਪਲਾਈ, 900 ਨੂੰ 33 ਨਾਲ ਮਲਟੀਪਲਾਈ। ਇਹ ਮਲਟੀਪਲਾਈ ਕਰਕੇ ਪਰ ਯੂਨਿਟ ਸਾਰੇ ਯੂਨਿਟਸ ਹੀ ਆਪਣੇ ਕੋਲ ਪ੍ਰੋਡਕਟ A ਦੀ, B ਦੀ, C ਦੀ ਕਾਸਟ ਆ ਗਈ ਤੇ ਟੋਟਲ ਕਾਸਟ ਆ ਗਈ 49,500। That is all for today.